ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਆਖਰੀ ਭਾਗ। ਮੈਂ ਤੇਰਾ ਹਾਂ ਰਾਜੀ। ਜ਼ਿੰਦਗੀ ਭਰ ਮੈਂ ਇਸ ਪਾਪ ਦਾ ਸਿਲਾ ਚੁਕਾਉਣ ਲਈ ਤੇਰੇ ਨਾਲ ਹਾਂ, ਤੇਰਾ ਬਦਕਿਸਮਤ ਸਾਥੀ। ਜੇ ਮੈਂ ਉਸ ਦਿਨ ਮਰ ਗਈ ਹੁੰਦੀ ਤਾਂ ਤੂੰ ਸਾਫ਼ ਹੀ ਮੁੱਕਰ ਜਾਣਾ ਸੀ ਕਿ ਤੇਰਾ ਮੇਰੇ ਨਾਲ ਕੋਈ ਸੰਬੰਧ ਵੀ ਹੈ ਸੀ ਜਾਂ ਨਹੀਂ। ਤੂੰ ਸ਼ਾਇਦ ਬੰਬਈ ਚਲਾ ਜਾਂਦਾ। ਉਹੀ ਮੁਸਕਰਾਹਟਾਂ, ਉਹੀ ਮੁਆਫੀਆਂ, ਉਹੀ ਮਜਬੂਰੀਆਂ, ਅਤੇ ਤੂੰ ਆਪਣੀ ਥੀਏਟਰ ਦੀ ਦੁਨੀਆ ਵਿੱਚ ਮਸ਼ਰੂਫ ਹੋ ਜਾਂਦਾ, ਆਪਣੀ ਰਚਨਾ ਦੀ ਦੁਨੀਆ ਵਿੱਚ। ਉਸ ਵੇਲੇ ਸਿਰਫ ਮੇਰੀ ਮਾਂ ਰੋਂਦੀ ਮੇਰੇ ਲਈ, ਜਾਂ ਮੇਰੇ ਬੱਚੇ, ਜਾਂ ਮੇਰਾ ਬੁੱਢਾ ਬਾਪ, ਹਾਏ ਰੱਬਾ ਮੇਰਾ ਸਿਰ ਪਾਟ ਰਿਹਾ ਹੈ, ਮੈਨੂੰ ਬਚਾਓ, ਬਚਾਓ, ਇਸ ਦੁਸ਼ਟ ਘੜੀ ਤੋਂ ਬਚਾਓ। ਮੈਂ ਦੇਖਿਆ ਕਿ ਕੋਈ ਦੈਂਤ ਸ਼ਕਤੀ ਉਸਦੇ ਚਿਹਰੇ ਦੇ ਨਕਸ਼ ਵਿਗਾੜ ਰਹੀ ਸੀ। ਉਸਨੇ ਮੀਡੀਆ ਦਾ ਰੂਪ ਧਾਰ ਲਿਆ ਸੀ, ਭਿਅੰਕਰ ਅਤੇ ਤਬਾਹਕੁਨ। ਉਹ ਸਾਵੀਂ ਦੀ ਸਾਵੀਂ ਮੀਡੀਆ ਬਣ ਗਈ ਸੀ, ਮੈਨੂੰ ਤਬਾਹ ਕਰਨ ਅਤੇ ਆਪਣੇ ਆਪ ਨੂੰ। ਉਹ ਗਰਜੀ, ਨਿਕਲ ਜਾ ਇੱਥੋਂ ਬਾਹਰ, ਨਿਕਲ ਜਾ ਇੱਥੋਂ, ਦੂਰ ਹੋ ਜਾ ਇੱਥੋਂ, ਦੂਰ ਹੋ ਜਾ ਮੇਰੀਆਂ ਅੱਖਾਂ ਤੋਂ। ਉਸ ਦਾ ਚਿਹਰਾ ਨਫ਼ਰਤ ਨਾਲ ਬਿਲਕੁਲ ਬਦਲ ਗਿਆ ਸੀ ਅਤੇ ਉਹ ਹਨੇਰੀ ਵਾਂਗ ਚਲੀ ਗਈ। ਮੈਂ ਕਾਰ ਦੇ ਇੰਜਨ ਦੇ ਸਟਾਰਟ ਹੋਣ ਦੀ ਆਵਾਜ਼ ਸੁਣੀ ਅਤੇ ਗੇਅਰ ਦੇ ਕੜਕ ਕਰਕੇ ਲੱਗਣ ਦੀ ਅਤੇ ਫਿਰ ਕਾਰ ਦੇ ਚਲੇ ਜਾਣ ਦੀ। ਮੈਂ ਆਪਣਾ ਸਿਰ ਮੇਜ਼ ਉੱਤੇ ਰੱਖ ਦਿੱਤਾ। ਮੇਰੀਆਂ ਪੁੜਪੁੜੀਆਂ ਵੱਜ ਰਹੀਆਂ ਸਨ ਅਤੇ ਮੇਰੇ ਦਿਮਾਗ ਵਿੱਚ ਕਾਰ ਦੇ ਇੰਜਨ ਦੀ ਕੰਬਦੀ ਹੋਈ ਕਰਰ ਕਰਰ ਗੂੰਜਣ ਲੱਗੀ। ਮੇਰੇ ਅੰਦਰੋਂ ਡੂੰਘਾ ਹੌਕਾ ਨਿਕਲਿਆ। ਮੇਰਾ ਦੁੱਖ ਹੋਰ ਵੱਧ ਗਿਆ। ਅੱਖਾਂ ਵਿੱਚੋਂ ਹੰਝੂ ਛਲਕ ਪਾਏ ਅਤੇ ਮੈਂ ਸਿਸਕੀਆਂ ਭਰਨ ਲੱਗਾ। ਕਾਸ਼ ਉਹ ਮੁੜ ਆਵੇ। ਮੈਂ ਜਾਣਦਾ ਸਾਂ ਕਿ ਉਹ ਵਾਪਸ ਨਹੀਂ ਆਵੇਗੀ। ਮੈਂ ਇਹ ਹੰਝੂ ਕਿਸ ਲਈ ਵਗਾ ਰਿਹਾ ਹਾਂ? ਮੈਂ ਕਿਉਂ ਉਸ ਲਈ ਤੜਫ ਰਿਹਾ ਹਾਂ? ਮੈਂ ਕਿਉਂ ਨਹੀਂ ਸਾਂ ਮਾਰ ਦਿੰਦਾ ਉਸ ਨੂੰ ਆਪਣੇ ਅੰਦਰੋਂ? ਕਿਹੜੀ ਸ਼ਕਤੀ ਸੀ ਉਸ ਵਿੱਚ ਕਿ ਜਦੋਂ ਮੈਂ ਉਸ ਨੂੰ ਮਾਰਦਾ ਅਤੇ ਉਸ ਦੇ 4 ਟੁਕੜੇ ਕਰਦਾ ਤਾਂ ਉਹ ਫਿਰ ਜੀਵਤ ਹੋ ਜਾਂਦੀ? ਉਹ ਦੇਵੀ ਸੀ, ਇੱਕ ਰਾਖਸ਼ਣੀ। ਕਿਸ ਦਾ ਵਰ ਮਿਲਿਆ ਸੀ ਉਸ ਨੂੰ ਕਿ ਉਹ ਹਰ ਵੇਲੇ ਜਿੰਦਾ ਸੀ ਮੇਰੇ ਅੰਦਰ? ਜਾਂ ਸ਼ਰਾਬ ਸੀ ਇਹ? ਮੈਂ ਕਿਉਂ ਉਸ ਨੂੰ ਉਡੀਕਦਾ ਸਾਂ? ਉਸ ਦੀ ਛਾਂ ਮੇਰੇ ਖੂਨ ਅੰਦਰ ਘੂਕਦੀ ਸੀ। ਮੈਂ ਆਪਣੇ ਆਪ ਤੋਂ ਬੇਹੱਦ ਨਫ਼ਰਤ ਕਰਨ ਲੱਗਾ। ਥੱਕਿਆ ਹਾਰਿਆ ਮੈਂ ਹੌਲੀ ਹੌਲੀ ਉੱਠ ਖਲੋਤਾ। ਖਿੜਕੀ ਕੋਲ ਗਿਆ ਅਤੇ ਪਰਦਾ ਇੱਕ ਪਾਸੇ ਖਿੱਚਿਆ। ਤਾਜ਼ਾ ਠੰਡੀ ਹਵਾ ਦਾ ਝੋਂਕਾ ਲਾਅਨ ਵਾਲੇ ਪਾਸਿਓਂ ਆਇਆ ਅਤੇ ਉਸ ਵਿੱਚ ਹਰੇ ਨਿੰਬੂਆਂ ਦੀ ਖੁਸ਼ਬੂ ਸੀ। ਮੈਂ ਕੁਝ ਦੇਰ ਖੜ੍ਹਾ ਇਸ ਹਵਾ ਦੀਆਂ ਘੁੱਟਾਂ ਭਰਦਾ ਰਿਹਾ। ਮੈਂ ਆਪਣੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਿਆ। ਅੱਖਾਂ ਸੁੱਜੀਆਂ ਹੋਈਆਂ ਸਨ। ਮੈਂ ਆਪਣੀ ਸ਼ਕਲ ਦੇਖ ਕੇ ਥੋੜ੍ਹਾ ਜਿਹਾ ਮੁਸਕਰਾਇਆ। ਸੋਚਿਆ ਆਪਣੇ ਦੋਸਤ ਤਾਰਾ ਚੰਦ ਗੁਪਤਾ ਵੱਲ ਜਾਵਾਂ, ਜਾਂ ਮਿਸਟਰ ਬਾਗਲਾ ਦੇ ਘਰ ਜਾਵਾਂ ਜਿਸ ਦੀ ਬੇਬੀ ਮੇਰੀ ਸ਼ਿਸ਼ ਸੀ, ਜਾਂ ਬਿਹਤਰ ਹੈ ਕਿ ਆਦਰਸ਼ ਕੋਲ ਚਲਾ ਜਾਵਾਂ। ਮੈਂ ਕੋਟ ਪਾਇਆ, ਬਿਜਲੀ ਬੁਝਾ ਦਿੱਤੀ ਅਤੇ ਦਰੱਖਤਾਂ ਦੇ ਵਿਚਕਾਰ ਦੀ ਨਿੱਕੀ ਸੜਕ ਉੱਤੇ ਤੁਰ ਪਿਆ। ਹਾਲੇ 2 ਹੀ ਕਦਮ ਪੁੱਟੇ ਹੋਣਗੇ ਕਿ ਮੇਰਾ ਸਰੀਰ ਸਿਥਲ ਹੁੰਦਾ ਜਾਪਿਆ, ਜਿਵੇਂ ਇਸ ਵਿੱਚ ਸਾਹ ਸਤ ਹੀ ਨਾ ਰਿਹਾ ਹੋਵੇ। ਮੈਂ ਅੱਗੇ ਨਾ ਤੁਰ ਸਕਿਆ। ਰਾਜੀ ਦਾ ਖਿਆਲ ਉਸ ਦੇ ਝੋਲੇ ਪੈ ਰਹੇ ਸਨ। ਮੈਂ ਚਾਹੁੰਦਾ ਸਾਂ ਕਿ ਹਰ ਇੱਕ ਚੀਜ਼ ਨੂੰ ਭੁੱਲ ਜਾਵਾਂ, ਹਰ ਨਕਸ਼ ਨੂੰ ਮਿਟਾ ਦੇਵਾਂ ਅਤੇ ਬੇਹੋਸ਼ੀ ਦੇ ਖੂਹ ਵਿੱਚ ਲੈ ਜਾਵਾਂ। ਮੈਂ ਘਰ ਵਾਪਸ ਆ ਗਿਆ। ਉਸ ਰਾਤ ਮੈਂ ਬੇਹੱਦ ਸ਼ਰਾਬ ਪੀਤੀ। ਮੈਨੂੰ ਆਪਣੀ ਜਿੱਲਤ ਵਿੱਚ ਆਨੰਦ ਆਉਣ ਲੱਗਾ। ਜੀ ਚਾਹੁੰਦਾ ਸੀ ਕਿ ਮੈਂ ਜਿੱਲਤ ਦੀ ਡੂੰਘਾਨਾਂ ਵਿੱਚ ਲੱਥ ਜਾਵਾਂ, ਥੱਲੇ ਹੀ ਥੱਲੇ, ਮੇਰਾ ਮੂੰਹ ਕਾਲਖ ਨਾਲ ਲਿਪਿਆ ਜਾਵੇ ਅਤੇ ਮੈਂ ਅੰਨ੍ਹਾ ਹੋ ਜਾਵਾਂ। ਇਸ ਜਿੱਲਤ ਵਿੱਚ ਇਤਨਾ ਹੀ ਨਸ਼ਾ ਸੀ ਜਿਤਨਾ ਉੱਪਰ ਹੀ ਉੱਪਰ ਜਾਣ ਵਿੱਚ। ਜਿੱਲਤ ਦੀ ਇੱਕ ਖਾਸ ਮਹਿਕ ਹੁੰਦੀ ਹੈ। ਇਹ ਮਹਿਕ ਮੈਂ ਬਚਪਨ ਵਿੱਚ ਇੱਕ ਮੁਸਲਮਾਨ ਰੰਡੀ ਦੇ ਘਰ ਮਹਿਸੂਸ ਕੀਤੀ ਸੀ, ਜਿਸ ਦਾ ਭਰਾ ਮੇਰਾ ਜਪਾਤੀ ਸੀ ਅਤੇ ਮੈਨੂੰ ਆਪਣੇ ਘਰ ਖੇਡਣ ਲਈ ਲੈ ਗਿਆ ਸੀ। ਉਸ ਘਰ ਵਿੱਚ ਇੱਕ ਅਜੀਬ ਮਹਿਕ ਸੀ, ਫਿਸਲਵੇਂ ਸਿਲਕ ਦੀ, ਚੰਬੇਲੀ ਦੀ, ਸਾਜ਼ਾਂ ਅਤੇ ਤਬਲਿਆਂ ਦੀ, ਘੁੱਗਰਾਂ ਦੀ ਅਤੇ ਕੱਥੇ ਚੂਨੇ ਦੀ। ਇਹ ਲੋਕ ਖੁਸ਼ ਰਹਿੰਦੇ ਸਨ। ਰੰਡੀਆਂ ਅਤੇ ਦੱਲਿਆਂ ਦੀ ਇਹ ਦੁਨੀਆ ਤਿਤਕਾਰੀ ਹੋਈ ਦੁਨੀਆ ਸੀ। ਸਮਾਜ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਅਤੇ ਆਪਣੇ ਵਿੱਚੋਂ। ਇਸ ਨਾਲ ਇਹ ਲੋਕ ਮੁਕਤ ਹੋ ਗਏ ਸਨ, ਖੁਸ਼ ਪਰ ਤਿਤਕਾਰੀ ਹੋਈ ਜ਼ਿੰਦਗੀ ਉੱਤੇ ਫਖਰ ਕਰਦੇ। ਇਹ ਲੋਕ ਸਮਾਜ ਸ਼ਰਮ ਦੀ ਆਖਰੀ ਹੱਦ ਤੱਕ ਪਹੁੰਚ ਚੁੱਕੇ ਸਨ। ਮੈਂ ਇਸੇ ਹੱਦ ਨੂੰ ਛੂਹਣਾ ਚਾਹੁੰਦਾ ਸਾਂ। ਕਈ ਹਫ਼ਤੇ ਮੈਂ ਮਾਨਸਿਕ ਧੁੰਦ ਵਿੱਚ ਫਿਰਦਾ ਰਿਹਾ। ਮੈਂ ਆਪਣੇ ਘਰ ਵਿੱਚ ਕਮਰੇ ਕਮਰੇ ਘੁੰਮਦਾ, ਕਿਚਨ ਵਿੱਚ ਜਾਂਦਾ, ਲਾਅਨ ਵਿੱਚ, ਅਤੇ ਫਿਰ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਆ ਜਾਂਦਾ। ਰਾਜੀ ਦੀ ਮੌਜੂਦਗੀ ਹਰ ਥਾਂ ਮਹਿਸੂਸ ਹੁੰਦੀ। ਉਸ ਦੀ ਖਾਸ ਮਹਿਕ, ਰੇਸ਼ਮੀ ਸਰਸਰਾਹਟ, ਖਣਕਦੀ ਹਾਸੀ ਅਤੇ ਜਿਸਮਾਨੀ ਰੂਹ। ਮੈਂ ਗਰਾਜ ਵਿੱਚ ਗਿਆ ਤਾਂ ਉੱਥੇ ਫਰਸ਼ ਉੱਤੇ ਇੱਕ ਨੰਗੀ ਛਾਂ ਪਈ ਦੇਖੀ। ਰਾਜੀ ਦੀ ਛਾਂ, ਬਾਹਾਂ ਖੁੱਲ੍ਹੀਆਂ, ਘਣੇ ਵਾਲ। ਇਸ ਕਾਰ ਵਿੱਚੋਂ ਚੋਏ ਹੋਏ ਤੇਲ ਦਾ ਲੰਮਾ ਧੱਬਾ ਸੀ। ਮੈਂ ਇਸ ਧੱਬੇ ਨੂੰ ਗੌਰ ਨਾਲ ਦੇਖਿਆ ਤਾਂ ਮੈਨੂੰ ਜਾਪਿਆ ਇਹ ਸਾਹ ਲੈ ਰਿਹਾ ਹੈ ਅਤੇ ਇਸ ਦੀਆਂ ਛਾਤੀਆਂ ਹੌਂਕਾ ਰਹੀਆਂ ਹਨ। ਮੈਂ ਦੁਬਾਰਾ ਕਿਚਨ ਵਿੱਚ ਗਿਆ। ਉੱਥੇ ਚੂੜੀਆਂ ਵਾਲਾ ਇੱਕ ਹੱਥ ਮੈਨੂੰ ਬੁਰਕੀਆਂ ਦਿੰਦਾ ਜਾਪਿਆ।
ਮੈਂ ਆਪਣੇ ਸ਼ਾਗਿਰਦ ਬਖਸ਼ੀਸ਼ ਸਿੰਘ ਨੂੰ ਆਖਿਆ ਕਿ ਉਹ ਮੇਰੇ ਕੋਲ ਆ ਕੇ ਰਹੇ। ਉਹ ਡਿਕਸ਼ਨਰੀ ਡਿਪਾਰਟਮੈਂਟ ਵਿੱਚ ਲੈਕਚਰਾਰ ਸੀ। ਉਸ ਦੀ ਮੌਜੂਦਗੀ ਬਹੁਤ ਨਿੱਘ ਤੇ ਸ਼ਾਂਤੀ ਦਿੰਦੀ। ਉਸ ਨੂੰ ਮੇਰੀ ਮਾਨਸਿਕ ਅਵਸਥਾ ਦਾ ਪਤਾ ਸੀ ਤੇ ਉਹ ਆਪਣਾ ਪ੍ਰੋਗਰਾਮ ਮੇਰੀ ਲੋੜ ਅਨੁਸਾਰ ਬਣਾਉਂਦਾ। ਕਈ ਵਾਰ ਉਹ ਨਿੱਕਾ ਮੁਰਗਾ ਖਰੀਦ ਕੇ ਲਿਆਉਂਦਾ ਤੇ ਵੱਡੇ ਪਤੀਲੇ ਵਿੱਚ ਭੁੰਨਦਾ। ਮੁਰਗੇ ਦੀ ਮਹਿਕ ਪੁਰਾਣੀਆਂ ਯਾਦਾਂ ਘੇਰ ਲਿਆਉਂਦੀ। ਮੇਰੇ ਮਨ ਵਿੱਚ ਮੰਨੂ ਤੇ ਜੰਨਤ ਦੇ ਬਿੰਬ ਦੌੜਦੇ। ਉਹਨਾਂ ਦੀਆਂ ਖੇਡਾਂ ਤੇ ਸ਼ੋਖ ਹਾਸੀਆਂ, ਬੁੱਢੀ ਸੂਰਤ ਦਾ ਝੁਰੜੀਆਂ ਵਾਲਾ ਨੇਕ ਚਿਹਰਾ, ਸ਼ਾਲ ਦੀ ਉੱਨ ਤੇ ਦੀ ਬੋਹ ਤੇ ਰਾਜੀ। ਬਖਸ਼ੀਸ਼ ਭੁੰਨੇ ਹੋਏ ਮੁਰਗੇ ਦਾ ਪਤੀਲਾ ਚੁੱਕ ਲਿਆਉਂਦਾ ਤੇ ਅਸੀਂ ਦੋਵੇਂ ਹੌਲੀ ਹੌਲੀ ਖਾਂਦੇ। ਜੇ ਮੈਂ ਖਾਮੋਸ਼ ਹੁੰਦਾ ਤਾਂ ਉਹ ਵੀ ਗੱਲ ਨਾ ਕਰਦਾ। ਮੈਂ ਆਪਣੇ ਖਿਆਲਾਂ ਦੀ ਦੁਨੀਆ ਤੋਂ ਯਕਦਮ ਜਾਗਦਾ ਤੇ ਕੋਈ ਉੱਭੜ ਵਾਹ ਫਿਕਰਾ ਆਖਦਾ ਤਾਂ ਬਖਸ਼ੀਸ਼ ਗੱਲਾਂ ਕਰਨ ਲੱਗਦਾ। ਮੈਂ ਕਿਸੇ ਸਾਧੂ ਵਾਂਗ ਰਿਹਾ ਸਾਂ ਤੇ ਆਪਣੀ ਜ਼ਿੰਦਗੀ ਦੀ ਕੁੱਬੀ ਤੇ ਉਲਾਰ ਅਸਲੀਅਤ ਨੂੰ ਦੇਖ ਰਿਹਾ ਸਾਂ। ਲੱਖਾਂ ਬਿੰਬ ਤੇ ਝੋਲੇ। ਜਦੋਂ ਮੈਂ ਇਕੱਲਾ ਬੈਠਾ ਕਮਰੇ ਵਿੱਚ ਚਾਹ ਪੀਂਦਾ ਤਾਂ ਮੈਂ ਕਈ ਵਾਰ ਹੈਰਾਨ ਹੁੰਦਾ ਕਿ ਇਹ ਮੈਂ ਕੌਣ ਹਾਂ। ਕੌਣ ਬੈਠਾ ਸੀ ਕੁਰਸੀ ਉੱਤੇ ਚਾਹ ਦੀਆਂ ਘੁੱਟਾਂ ਭਰਦਾ। ਮੈਂ ਨੂੰ ਦੇਖਦਾ, ਆਪਣੇ ਹੱਥ ਨੂੰ ਜੋ ਚਾਹ ਦਾ ਪਿਆਲਾ ਮੇਰੇ ਬੁੱਲ੍ਹਾਂ ਤੱਕ ਲਿਜਾਂਦਾ ਸੀ ਤੇ ਫਿਰ ਟਰੇ ਵਿੱਚ ਰੱਖ ਦਿੰਦਾ ਸੀ। ਮੈਂ ਇਸ ਹੱਥ ਦੀਆਂ ਹਰਕਤਾਂ ਦੇਖਦਾ। ਪੂਰੀ ਤਰ੍ਹਾਂ ਸਚੇਤ ਸੀ ਇਹ ਹੱਥ। ਦਿਮਾਗ ਨਾਲ ਪੂਰਾ ਤਾਲਮੇਲ ਤੇ ਅਨੁਸ਼ਾਸਨ। ਕਰੋੜਾਂ ਅਰਬਾਂ ਅਣੂਆਂ ਇੱਕ ਦੂਜੇ ਨੂੰ ਸੰਕੇਤ ਭੇਜ ਰਹੇ ਸਨ। ਗੁੱਝੇ ਸੁਨੇਹੇ ਤੇ ਲਹੂ ਮੇਰੀਆਂ ਨਾੜਾਂ ਵਿੱਚ ਤਾਲਬੱਧ ਗਤੀ ਵਿੱਚ ਵਹਿ ਰਿਹਾ ਸੀ। ਦਿਮਾਗ ਦੀ ਗੁੰਝਲਦਾਰ ਤੇ ਸੂਖਮ ਮਸ਼ੀਨਰੀ ਦੇ ਕਰੋੜਾਂ ਸਵੈ ਚਾਲਕ ਕਲ ਪੁਰਜੇ ਸਭ ਠੀਕ ਕੰਮ ਕਰੀ ਜਾ ਰਹੇ ਸਨ। ਜਰਾ ਕੁ ਝਕਟਾਕਾ ਲੱਗਿਆ ਤਾਂ ਮੇਰੀ ਸਾਰੀ ਮਸ਼ੀਨਰੀ ਫੇਲ। ਮੈਨੂੰ ਆਪਣੇ ਜਿਸਮ ਬਾਰੇ ਕੁਝ ਵੀ ਨਹੀਂ ਸੀ ਪਤਾ। ਕੀ ਹੋ ਰਿਹਾ ਸੀ ਇਸ ਦੇ ਅੰਦਰ? ਮੇਰੇ ਫੇਫੜੇ ਕਿਵੇਂ ਕੰਮ ਕਰ ਰਹੇ ਸਨ? ਦਿਲ ਕਿਵੇਂ ਧੜਕਦਾ ਸੀ ਤੇ ਗੁਰਦੇ ਕਿਵੇਂ ਦਿਨ ਰਾਤ ਸਫਾਈ ਕਰਦੇ ਸਨ? ਮੈਨੂੰ ਕੁਝ ਵੀ ਨਹੀਂ ਸੀ ਪਤਾ। ਮੈਂ ਆਪਣੇ ਜਿਸਮ ਦਾ ਕਦੇ ਮੁਆਇਨਾ ਵੀ ਨਹੀਂ ਸੀ ਕਰਵਾਇਆ। ਕਿਸੇ ਦਿਨ ਹੀ ਮੇਰਾ ਦਿਲ ਰੁਕ ਜਾਵੇਗਾ। ਕੀ ਹੈ ਮੇਰੇ ਜਿਸਮ ਅੰਦਰ? ਮੈਂ ਆਪਣੀ ਕਮੀਜ਼ ਉਤਾਰ ਕੇ ਬਾਹਾਂ ਤੇ ਛਾਤੀਆਂ ਨੂੰ ਦੇਖਣ ਲੱਗਾ। ਫਿਰ ਮੈਂ ਅੰਦਰ ਚਲਾ ਗਿਆ। ਵੱਡੇ ਸ਼ੀਸ਼ੇ ਅੱਗੇ ਖੜਾ ਹੋ ਕੇ ਆਪਣੇ ਅਕਸ ਨੂੰ ਦੇਖਿਆ। ਮੈਂ ਆਪਣਾ ਮੂੰਹ ਅੱਡਿਆ ਤੇ ਆਪਣੀਆਂ ਅੱਖਾਂ ਦੀਆਂ ਪੀਦ ਪੁਤਲੀਆਂ ਦੇਖੀਆਂ ਤੇ ਆਪਣੇ ਦੰਦ ਤੇ ਤਾਲੂ। ਮੈਂ ਡਰ ਗਿਆ। ਦੁਬਾਰਾ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਆ ਗਿਆ। ਦੂਜੀ ਸਵੇਰ ਮੈਂ ਸ਼ਮਸ਼ਾਨ ਭੂਮੀ 'ਚ ਗਿਆ ਤੇ ਉੱਥੇ ਬੈਠਾ ਮਰਗੜ ਵਿੱਚ ਜਲਦੇ ਮੁਰਦਿਆਂ ਨੂੰ ਦੇਖਦਾ ਰਿਹਾ। ਅੱਗ ਦੀਆਂ ਲਪਟਾਂ ਚੜ ਕਰਦੀ ਚਰਬੀ, ਘਿਓ ਦੇ ਮੇਵੇ ਤੇ ਫੁੱਲਾਂ ਦੇ ਮਾਸ ਤੇ ਸੜਨ ਦੀ ਮਿਲੀ ਜੁਲੀ ਬੋ। ਮੈਂ ਬੈਠਾ ਸੋਚਦਾ ਰਿਹਾ। ਖਿਆਲਾਂ ਦਾ ਹੜ, ਯਾਦਾਂ ਦੇ ਅਣਗਿਣਤ ਬਿੰਬ। ਸਮੇਂ ਦੀ ਆਪਣੀ ਹੀ ਗਤੀ ਹੁੰਦੀ ਹੈ, ਆਪਣੀ ਹੀ ਚਾਲ। ਸਾਡੀਆਂ ਹਰਕਤਾਂ ਦੇ ਕੰਮ ਸਮੇਂ ਦੀ ਚਾਲ ਅੱਗੇ ਬਹੁਤ ਤੁੱਛ ਲੱਗਦੇ ਹਨ। ਮਹਾਂਸਾਗਰ ਦੀਆਂ ਛੱਲਾਂ ਵਿੱਚ ਇੱਕ ਤਿਨਕਾ, ਅਨੰਤ ਅਪਾਰ। ਮੈਨੂੰ ਲੱਗਾ ਕਿ ਮੈਂ ਕੋਈ ਸੁਪਨਾ ਦੇਖ ਰਿਹਾ ਸੀ ਤੇ ਇਹ ਸੁਪਨਾ ਇੱਕ ਅਜੀਬ ਪਰਿਆ ਯਾਰਥ ਵਿੱਚ ਬਦਲ ਗਿਆ ਸੀ। ਮੈਨੂੰ ਲੱਗਾ ਕਿ ਮੈਂ ਮਾਰਕੀਟ ਵਿੱਚ ਜਲ ਰਿਹਾ ਹਾਂ ਤੇ ਇੱਥੇ ਬੈਠਾ ਆਪਣੇ ਆਪ ਨੂੰ ਦੇਖ ਰਿਹਾ ਹਾਂ। ਅਸੀਂ ਸਾਰੀਆਂ ਨੇ ਮਰ ਜਾਣਾ ਹੈ। ਕੀ ਲੋੜ ਹੈ ਕੰਮ ਕਰਨ ਦੀ, ਪੈਸੇ ਇਕੱਠੇ ਕਰਨ ਦੀ ਤੇ ਸ਼ੋਹਰਤ ਦੇ ਪਿੱਛੇ ਦੌੜਨ ਦੀ? ਕੀ ਲੋੜ ਹੈ ਕਿਤਾਬਾਂ ਲਿਖਣ ਦੀ ਤੇ ਇਹਨਾਂ ਦੇ ਲੰਮੇ ਲੰਮੇ ਪ੍ਰੂਫ ਪੜ੍ਹਨ ਦੀ? ਰਾਜੀ ਨੇ ਮੇਰੇ ਨਾਲ ਠੰਡਾ ਸ਼ਾਂਤ ਰਿਸ਼ਤਾ ਕਾਇਮ ਰੱਖਿਆ ਤੇ ਮੈਂ ਉਸੇ ਅਗਨੀ ਵਿੱਚ ਮੱਚਦਾ ਰਿਹਾ। ਉਸ ਵਿੱਚ ਪਿਆਰ ਤੇ ਧਰੋਹ ਅਜੀਬ ਤਰ੍ਹਾਂ ਮਿਲਿਆ ਹੋਇਆ ਸੀ। ਮੈਨੂੰ ਉਹ ਹੁਣ ਕਦੇ ਗੁੱਸਾ ਨਹੀਂ ਸੀ ਹੁੰਦੀ, ਨਾ ਕਿਸੇ ਗੱਲ ਉੱਤੇ ਭੜਕਦੀ। ਇੱਕ ਸ਼ਾਂਤੀ ਜਿਹੀ ਆ ਗਈ ਸੀ ਉਸ ਦੇ ਅੰਦਰ, ਇੱਕ ਖੁਸ਼ਗਵਾਰ ਵਰਤਾਓ। ਜੇ ਮੈਂ ਕਿਸੇ ਗੱਲ ਉੱਤੇ ਗੁੱਸਾ ਹੁੰਦਾ ਤਾਂ ਉਹ ਦਿਲਾਸਾ ਦਿੰਦੀ ਤੇ ਉਦਾਰਤਾ ਨਾਲ ਪੇਸ਼ ਆਉਂਦੀ। ਇਸ ਨਾਲ ਮੈਨੂੰ ਹੋਰ ਦੁੱਖ ਹੁੰਦਾ। ਮੈਂ ਚਾਹੁੰਦਾ ਸਾਂ ਕਿ ਉਹ ਪਹਿਲਾਂ ਵਾਂਗ ਹੀ ਮੇਰੇ ਨਾਲ ਲੜੇ ਅਤੇ ਝਗੜੇ, ਪਰ ਉਸਨੇ ਸ਼ਾਂਤਮਈ ਰੂਪ ਧਾਰਨ ਕਰ ਲਿਆ ਸੀ। ਇੱਕ ਦਿਨ ਉਹ ਮੈਨੂੰ ਆਖਣ ਲੱਗੀ, ਤੂੰ ਕੋਈ ਸੋਹਣੀ ਤੇ ਨੇਕ ਤੀਵੀਂ ਕਿਉਂ ਨਹੀਂ ਲੱਭ ਲੈਂਦਾ ਆਪਣੇ ਵਾਸਤੇ? ਮੈਂ ਸੁਣਿਆ ਜੀਨੀ ਨਾਲ ਤੇਰੀ ਸੁਲਾਹ ਹੋ ਗਈ, ਉਹ ਵਾਪਸ ਆ ਰਹੀ ਹੈ। ਕਿ ਬੜਾ ਚੰਗਾ ਹੋਵੇ ਜੇ ਉਹ ਆ ਜਾਵੇ, ਤੁਸੀਂ ਫਿਰ ਦੋਵੇਂ ਮਿਲ ਜਾਓ। ਉਸਨੂੰ ਹਮੇਸ਼ਾ ਕੋਈ ਕਾਂਟਵੀਂ ਤੇ ਵਿਨਵੀਂ ਗੱਲ ਸੁੱਝਦੀ। ਮੈਂ ਉਸ ਦੀਆਂ ਗੱਲਾਂ ਦਾ ਉੱਤਰ ਨਾ ਦਿੰਦਾ। ਮੈਂ ਛੇਤੀ ਜਾਣਾ ਹੈ ਕਿਤੇ। ਤੇਰੀ ਕਾਰ ਵਿੱਚ ਪੈਟਰੋਲ ਹੈ? ਉਸਨੇ ਪੁੱਛਿਆ। ਹਾਂ, 100 ਮੀਲ ਲਈ ਕਾਫੀ ਹੈ। ਉਸਨੇ ਚਾਬੀ ਲੈ ਲਈ। ਮੈਂ ਪੂਰਾ ਨਿਸ਼ਚਾ ਕੀਤਾ ਸੀ ਕਿ ਉਸਨੂੰ ਕੋਈ ਗੱਲ ਨਹੀਂ ਪੁੱਛਾਂਗਾ। ਜਾਣ ਲੱਗਿਆਂ ਉਸਨੇ ਮੈਨੂੰ ਇੱਕ ਨਮਕੀਨ ਮੁਸਕਰਾਹਟ ਦਿੱਤੀ। ਮੇਰਾ ਜਜ਼ਬਾ ਟੁੱਟ ਗਿਆ। ਮੈਥੋਂ ਰਹਿ ਨਾ ਹੋਇਆ। ਮੈਂ ਪੁੱਛਿਆ, ਤੂੰ ਗਈ ਸੀ ਉਸ ਨਾਲ ਰਿਹਰਸਲ ਪਿੱਛੋਂ? ਹਾਂ, ਬਹੁਤ ਦੇਰ ਹੋ ਚੁੱਕੀ ਸੀ, ਅੱਧੀ ਰਾਤ। ਮੈਂ ਉਸਨੂੰ ਛੱਡਣ ਚਲੀ ਗਈ। ਤੂੰ ਉਸਦੇ ਕਮਰੇ ਵਿੱਚ ਗਈ ਸੀ? ਨਹੀਂ, ਉਸਦਾ ਦੋਸਤ ਕਿਤੇ ਗਿਆ ਹੋਇਆ ਸੀ ਤੇ ਚਾਬੀ ਨਾਲ ਲੈ ਗਿਆ ਸੀ। ਅਸੀਂ ਕਾਰ ਵਿੱਚ ਹੀ ਬੈਠੇ ਰਹੇ, ਗੱਲਾਂ ਕਰਦੇ ਰਹੇ, ਉਸਦੇ ਦੋਸਤ ਨੂੰ ਉਡੀਕਦੇ। ਪਤਾ ਨਹੀਂ ਕਿਉਂ ਫਿਰ ਇੱਕ ਸ਼ੱਕੀ ਤੇ ਜਾਬਰ ਪ੍ਰੇਮੀ ਦਾ ਭੂਤ ਮੇਰੇ ਸਿਰ ਉੱਤੇ ਸਵਾਰ ਹੋ ਗਿਆ।
ਮੈਂ ਪੁੱਛਿਆ, ਕਾਰ ਵਿੱਚ ਬੈਠੀ ਨੇ ਤੂੰ ਉਸਨੂੰ ਚੁੰਮਿਆ ਸੀ? ਤੇਰਾ ਦਿਮਾਗ ਖਰਾਬ ਹੋ ਗਿਆ ਏ। ਮੈਨੂੰ ਸੱਚੀ ਗੱਲ ਦੱਸ, ਮੈਂ ਤੇਰੀ ਮਿੰਨਤ ਕਰਦਾ ਹਾਂ। ਮੈਨੂੰ ਸੱਚੀ ਗੱਲ ਦੱਸ, ਤੇਰੇ ਦਿਮਾਗ ਵਿੱਚ ਖਲਲ ਹੈ। ਮੈਨੂੰ ਛੱਡ ਦੇ। ਖਬਰਦਾਰ, ਮੈਨੂੰ ਜੋ ਆਦਮੀ ਮਿਲਿਆ ਕਮੀਨਾ ਨਿਕਲਿਆ, ਮੇਰੇ ਜਿਸਮ ਦਾ ਭੁੱਖਾ। ਮੈਨੂੰ ਕਦੇ ਪਿਆਰ ਨਹੀਂ ਮਿਲਿਆ, ਅਸਲੀ ਪਿਆਰ। ਮੈਂ ਪਿਆਰ ਨੂੰ ਤਰਸ ਰਹੀ ਹਾਂ। ਜਜ਼ਬੇ ਦੀ ਸ਼ਿੱਦਤ ਨਾਲ ਉਸਦੇ ਬੁੱਲ੍ਹ ਕੰਬ ਰਹੇ ਸਨ। ਮੈਂ ਆਖਿਆ, ਰਾਜੀ, ਮੈਂ ਤੇਰਾ ਹਾਂ। ਮੈਂ ਤੈਨੂੰ ਪਿਆਰ ਕਰਦਾ ਹਾਂ। ਤੇਰੇ ਬਗੈਰ ਨਹੀਂ ਰਹਿ ਸਕਦਾ। ਯਕੀਨ ਨਹੀਂ ਆਉਂਦਾ ਕਿ ਤੂੰ ਮੇਰੇ ਕੋਲ ਹੈ ਅਤੇ ਫਿਰ ਵੀ ਇੰਨੀ ਦੂਰ। ਤੂੰ ਕਿਵੇਂ ਭੁੱਲ ਗਈ ਇਹ ਸਾਰੇ ਵਾਅਦੇ, ਇਹ ਰੀਤਾਂ ਤੇ ਰਸਮਾਂ ਤੇ ਕਸਮਾਂ, ਇਹ ਗੀਤਾਂ ਉੱਤੇ ਹੱਥ ਰੱਖ ਕੇ ਸਦਾ ਪਿਆਰ ਕਰਨ ਦੇ ਸੱਚੇ ਬੋਲ ਕਿਵੇਂ ਭੁੱਲ ਗਈ ਤੂੰ? ਉਹ ਸਾਰੇ ਜਾਦੂ ਭਰੇ ਸ਼ਬਦ ਤੇ ਮੰਤਰ। ਤੂੰ ਮੇਰੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੀ ਹੈ? ਕਿਉਂ ਸੋਚ ਰਹੀ ਹੈ? ਜਵਾਬ ਕਿਉਂ ਨਹੀਂ ਦਿੰਦੀ? ਤੂੰ ਸਮਝਦੀ ਕਿਉਂ ਨਹੀਂ? ਮੈਂ ਤੈਨੂੰ ਪਿਆਰ ਕਰਦਾ ਹਾਂ। ਯਕਦਮ ਉਹ ਹੰਝੂਆਂ ਵਿੱਚ ਫੁੱਟ ਪਈ। ਮੈਨੂੰ ਨਹੀਂ ਲੋੜ ਤੇਰੇ ਪਿਆਰ ਦੀ। ਮੈਂ ਸਿਰਫ ਜੀਣਾ ਚਾਹੁੰਦੀ ਹਾਂ। ਮੈਨੂੰ ਕੁਝ ਨਹੀਂ ਚਾਹੀਦਾ ਤੇ ਕੁਝ ਨਹੀਂ ਚਾਹੀਦਾ। ਮੈਨੂੰ ਚਾਹੀਦਾ ਹੈ ਸਿਰਫ ਠਾਕੁਰ। ਮੇਰਾ ਸਾਰਾ ਜਿਸਮ ਉਸ ਲਈ ਤੜਫ ਰਿਹਾ ਹੈ। ਹੇ ਈਸ਼ਵਰ, ਮੈਨੂੰ ਸ਼ਕਤੀ ਦੇ ਕਿ ਮੈਂ ਇਸ ਸਭ ਕੁਝ ਨੂੰ ਬਰਦਾਸ਼ਤ ਕਰਾਂ। ਉਸਨੂੰ ਇਹ ਵੀ ਨਹੀਂ ਪਤਾ ਕਿ ਮੈਂ ਉਸਨੂੰ ਇਤਨਾ ਚਾਹੁੰਦੀ ਹਾਂ। ਮੈਂ ਉਸ ਲਈ ਤੜਫ ਰਹੀ ਹਾਂ, ਮੱਚ ਰਹੀ ਹਾਂ। ਮੈਂ ਕੀ ਕਰਾਂ? ਪਹਿਲਾਂ ਸੋਚਿਆ ਸੀ ਕਿ ਤੂੰ ਹੀ ਮੇਰਾ ਭਵਿੱਖ ਹੈ, ਮੇਰੀ ਹੋਣੀ। ਮੈਂ ਤੇਰੇ ਅੰਦਰ ਤੇਰੇ ਨਾਲ ਕੰਮ ਕਰਾਂਗੀ, ਤੇਰੇ ਡਰਾਮਿਆਂ ਵਿੱਚ ਪਾੜ ਕਰਾਂਗੀ ਤੇ ਤੇਰੀ ਸੇਵਾ ਕਰਾਂਗੀ। ਤੂੰ ਹੀ ਮੇਰੀ ਜ਼ਿੰਦਗੀ ਸੀ, ਮੇਰਾ ਆਦਰਸ਼, ਮੇਰਾ ਸਭ ਕੁਝ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਉਸਨੂੰ ਪਿਆਰ ਕਰਨ ਲੱਗ ਪਵਾਂਗੀ। ਮੈਂ ਅਜਿਹੇ ਪਿਆਰ ਬਾਰੇ ਸਿਰਫ ਸੁਪਨੇ ਲਏ ਸਨ। ਮੈਨੂੰ ਇਹ ਨਹੀਂ ਸੀ ਪਤਾ ਕਿ ਕਦੇ ਇਹ ਸੱਚ ਵੀ ਹੋਵੇਗਾ। ਹੁਣ ਮੈਨੂੰ ਕੋਈ ਪਰਵਾਹ ਨਹੀਂ ਆਪਣੀ ਐਕਟਿੰਗ ਜਾਂ ਆਪਣੇ ਭਵਿੱਖ ਦੀ। ਇਹ ਚੀਜ਼ਾਂ ਤੁੱਛ ਲੱਗਦੀਆਂ ਨੇ ਇਸ ਪਿਆਰ ਅੱਗੇ। ਮੈਂ ਸਿਰਫ ਉਸਨੂੰ ਚਾਹੁੰਦੀ ਹਾਂ। ਮੈਂ ਹਰ ਵੇਲੇ ਉਸਦੇ ਬਾਰੇ ਸੋਚਦੀ ਹਾਂ, ਉਸਦੇ ਭਾਰੇ ਕਦਮਾਂ ਦੀ ਚਾਲ, ਉਸਦੀ ਗੂੰਜਦਾਰ ਆਵਾਜ਼, ਉਸਦੀਆਂ ਪੀਲੀਆਂ ਉਂਗਲਾਂ ਤੇ ਤਮਾਕੂ ਦੀ ਬੂ। ਮੈਂ ਰਾਤ ਵੇਲੇ ਯਕਦਮ ਉੱਠਦੀ ਹਾਂ ਤੇ ਇੱਧਰ ਉੱਧਰ ਝਾਕਦੀ ਹਾਂ ਹਨੇਰੇ ਵਿੱਚ। ਰੱਬਾ, ਮੈਂ ਕਿੰਨੀ ਇਕੱਲੀ ਹਾਂ, ਬਿਲਕੁਲ ਇਕੱਲੀ। ਮੈਂ ਉਸਦੇ ਪਿਆਰ ਦੀ ਸ਼ਿੱਦਤ ਦੇਖ ਕੇ ਠਠੰਬਰ ਗਿਆ। ਇਸ ਦੇ ਖੌਫਨਾਕ ਸੱਚ ਤੋਂ ਕੰਬ ਗਿਆ। ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਮੈਂ ਇਸ ਬਾਰੇ ਕੀ ਆਖਾਂ ਉਸਨੂੰ। ਉਹ ਇਸ ਜਜ਼ਬੇ ਵਿੱਚ ਝੰਬੀ ਹੋਈ ਸੀ। ਉਸਨੇ ਆਪਣੇ ਹੰਝੂ ਪੂੰਝੇ। ਉਸਦਾ ਚਿਹਰਾ ਮਾਸੂਮ ਤੇ ਓਪਰਾ ਜਾਪਿਆ, ਇਸੇ ਤਰ੍ਹਾਂ ਕਿਸੇ ਹੋਰ ਤੀਵੀ ਦਾ। ਤੂੰ ਮੈਨੂੰ ਇਹ ਸਾਰੀ ਗੱਲ ਪਹਿਲਾਂ ਕਿਉਂ ਨਾ ਦੱਸੀ? ਮੈਂ ਪੁੱਛਿਆ। ਮੈਂ ਤੇਥੋਂ ਡਰਦੀ ਸਾਂ, ਉਹ ਬੋਲੀ। ਮੈਂ ਇਸ ਘੜੀ ਨੂੰ ਟਾਲਦੀ ਰਹੀ, ਪਰ ਮੈਂ ਸੱਚ ਨੂੰ ਕਦੋਂ ਤੱਕ ਛਿਪਾਉਂਦੀ? ਮੈਂ ਖਾਲੀ ਸਾਂ। ਠਾਕੁਰ ਆਇਆ ਤੇ ਇਹ ਖਲਾ ਭਰ ਗਿਆ। ਇਸ ਦਾ ਤੇਰੇ ਨਾਟਕ ਨਾਲ ਕੋਈ ਤਾਲੁਕ ਨਹੀਂ। ਇਹ ਠਾਕੁਰ ਦੀ ਗੱਲ ਹੈ, ਮੇਰੀ ਹੋਣੀ। ਮੈਨੂੰ ਜਦੋਂ ਵੀ ਉਹ ਜ਼ਿੰਦਗੀ ਵਿੱਚ ਮਿਲਦਾ ਤਾਂ ਮੈਂ ਉਸ ਨੂੰ ਇਸ਼ਕ ਕਰਨ ਲੱਗ ਪੈਣਾ ਸੀ। ਮੈਂ ਕਦੇ ਕਿਸੇ ਆਦਮੀ ਨੂੰ ਇਸ ਤਰ੍ਹਾਂ ਪਿਆਰ ਨਹੀਂ ਕੀਤਾ। ਪਹਿਲਾਂ ਮੈਂ ਸੋਚਦੀ ਸਾਂ ਕਿ ਇੱਕ ਆਦਮੀ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਆਰ ਕਰਨਾ ਗੁਨਾਹ ਹੈ। ਮੈਂ ਉਹਨਾਂ ਔਰਤਾਂ ਨੂੰ ਨਫ਼ਰਤ ਕਰਦੀ ਸੀ ਜੋ ਇੱਕ ਮਰਦ ਨੂੰ ਛੱਡ ਕੇ ਕਿਸੇ ਹੋਰ ਮਰਦ ਨੂੰ ਪਿਆਰ ਕਰਨ ਲੱਗ ਪੈਂਦੀਆਂ ਹਨ। ਮੈਂ ਉਹਨਾਂ ਨੂੰ ਰੰਡੀਆਂ ਤੋਂ ਵੀ ਭੈੜਾ ਸਮਝਦੀ। ਪਰ ਹੁਣ ਮੈਂ ਇਸ ਤਰ੍ਹਾਂ ਨਹੀਂ ਸੋਚਦੀ। ਮੈਂ ਬਦਲ ਗਈ ਹਾਂ। ਮੇਰੇ ਵਾਅਦੇ ਦੇ ਕਸਮਾਂ ਸਭ ਮਿਟ ਗਈਆਂ ਹਨ। ਉਹ ਖੂਨ ਨਾਲ ਕੀਤੇ ਕੌਲ ਕਰਾਰ ਸਭ ਧੋਤੇ ਗਏ ਹਨ। ਹਰ ਚੀਜ਼ ਬੇਅਰਥ ਲੱਗਦੀ ਹੈ ਸਿਵਾਏ ਠਾਕੁਰ ਦੇ। ਮੈਂ ਬਦਲ ਗਈ ਹਾਂ। ਉਸ ਨੇ ਸਿਰਫ ਉਸੇ ਗੱਲ ਨੂੰ ਸਿੱਧ ਕੀਤਾ ਜੋ ਮੈਂ ਆਪਣੇ ਅੰਤਰੀਵ ਵਿੱਚ ਜਾਣਦਾ ਸੀ ਤੇ ਜਿਸ ਦਾ ਦੁੱਖ ਮੈਂ ਪਹਿਲਾਂ ਹੀ ਭੋਗ ਚੁੱਕਾ ਸਾਂ। ਯਕਦਮ ਉਸਨੇ ਆਖਿਆ, ਮੈਂ ਜਾਣਾ ਹੈ। ਮੈਂ ਇਸਨੂੰ ਟੋਲਦੀ ਫਿਰਦੀ ਹਾਂ। ਉਹ ਹਸਪਤਾਲ ਵਿੱਚ ਵੀ ਨਹੀਂ ਹੈ ਜਿੱਥੇ ਉਸਦੀ ਮਾਂ ਬਿਮਾਰ ਪਈ ਹੈ, ਨਾ ਹੀ ਆਪਣੇ ਦੋਸਤ ਕੋਲ। ਸ਼ਾਇਦ ਕਾਫੀ ਹਾਊਸ ਵਿੱਚ ਹੋਵੇ, ਜ਼ਰੂਰ ਉੱਥੇ ਹੀ ਹੋਵੇਗਾ। ਮੈਂ ਜਾਂਦੀ ਹਾਂ। ਉਸਨੇ ਕਾਰ ਦੀਆਂ ਚਾਬੀਆਂ ਚੁੱਕੀਆਂ ਤੇ ਚਲੀ ਗਈ। ਕੁਝ ਦਿਨਾਂ ਪਿੱਛੋਂ ਮੈਂ ਆਪਣੇ ਦਫ਼ਤਰ ਗਿਆ ਤਾਂ ਮੇਰਾ ਕਲਰਕ ਚਿੱਠੀਆਂ ਲੈ ਕੇ ਆਇਆ। ਉਹ ਮੇਰਾ ਜਾਤੀ ਟਾਈਪਿਸਟ ਵੀ ਸੀ। ਕੋਈ ਚਿੱਠੀ ਲਿਖਵਾਉਣੀ ਹੈ ਤੁਸੀਂ? ਉਸਨੇ ਪੁੱਛਿਆ। ਹਾਂ, ਕੁਝ ਜਾਤੀ ਚਿੱਠੀਆਂ ਲਿਖਵਾਉਣੀਆਂ ਨੇ। ਮੈਂ ਚਿੱਠੀ ਲਿਖਵਾ ਰਿਹਾ ਸਾਂ ਤਾਂ ਯਕਦਮ ਉਹ ਟਾਈਪ ਕਰਦਾ ਕਰਦਾ ਰੁਕ ਗਿਆ ਤੇ ਉਸਨੇ ਆਖਿਆ, ਸੁਣਿਆ ਰਾਜੀ ਠਾਕੁਰ ਨਾਲ ਵਿਆਹ ਕਰਵਾ ਰਹੀ ਹੈ, ਤੁਹਾਨੂੰ ਪਤਾ ਹੈ? ਠਾਕੁਰ ਸ਼ਬਦ ਨਾਲ ਮੈਂ ਚੌਂਕ ਪਿਆ। ਤੈਨੂੰ ਕਿਵੇਂ ਪਤਾ ਹੈ? ਮੈਂ ਪੁੱਛਿਆ। ਸਾਰੇ ਕੈਂਪਸ ਵਿੱਚ ਇਹ ਗੱਲ ਉੱਡੀ ਹੋਈ ਹੈ। ਉਹ ਉਸ ਨਾਲ ਵਿਆਹ ਕਰ ਰਹੀ ਹੈ। ਉਹ ਬੰਬਈ ਜਾ ਰਿਹਾ ਹੈ ਕਿਸੇ ਫਿਲਮ ਵਿੱਚ ਪਾਠ ਕਰਨ। ਇੱਕ ਹਫ਼ਤੇ ਪਿੱਛੋਂ ਮੈਨੂੰ ਪਤਾ ਲੱਗਾ ਕਿ ਰਾਜੀ ਬੰਬਈ ਚਲੀ ਗਈ ਸੀ। ਅੰਕ 18ਵਾਂ। ਆਖਰੀ ਭਾਗ। ਮੈਂ ਚੰਡੀਗੜ੍ਹ ਛੱਡਣ ਦੀ ਤਿਆਰੀ ਕਰ ਲਈ। ਮੇਰਾ ਦਿਲ ਦਿੱਲੀ ਲਈ ਬੇਕਰਾਰ ਹੋ ਰਿਹਾ ਸੀ। ਮੈਂ ਆਪਣੇ ਗਰਮ ਸੂਟ ਤੇ ਨਕਟਾਈਆਂ ਲੋਕਾਂ ਨੂੰ ਵੰਡ ਦਿੱਤੀਆਂ।
ਲੱਕੜ ਦੇ ਦੀਵਾਨ, ਡਬਲ ਬੈੱਡ, ਬੈਂਤ ਦੀਆਂ ਕੁਰਸੀਆਂ, ਰੂਮ ਕੂਲਰ, ਲਾਲਟੈਣਾ, ਕਿਚਨ ਦਾ ਨਿੱਕ ਸੁੱਖ ਤੇ ਸੈਲਫ ਵੀ ਦੋਸਤਾਂ ਤੇ ਸ਼ਾਗਿਰਦਾਂ ਨੂੰ ਦੇ ਦਿੱਤੇ। ਆਪਣੇ ਕੋਲ ਮੈਂ ਜ਼ਰੂਰੀ ਚੀਜ਼ਾਂ ਹੀ ਰੱਖੀਆਂ, ਟਾਈਪਰਾਈਟਰ, ਕੈਮਰਾ, ਚਾਹ ਦੀ ਕੇਤਲੀ, ਟੇਬਲ ਲੈਂਪ, ਕਿਤਾਬਾਂ। ਸ਼ਾਮ ਨੂੰ ਆਦਰਸ਼ ਮੈਨੂੰ ਮਿਲਣ ਆਇਆ। ਉਸ ਆਖਿਆ, ਸੁਣਿਆ ਚੰਡੀਗੜ੍ਹ ਛੱਡ ਕੇ ਜਾ ਰਹੇ ਹੋ? ਯੂਨੀਵਰਸਿਟੀ ਨੇ ਤੁਹਾਨੂੰ ਕੱਢ ਦਿੱਤਾ? ਇੱਥੇ ਹਰ ਬੇਈਮਾਨ ਕੁੱਤੇ ਨੂੰ ਐਕਸਟੈਂਸ਼ਨ ਮਿਲ ਰਹੀ ਸੀ, ਸਪੈਸ਼ਲ ਤਨਖਾਹ, ਸਪੈਸ਼ਲ ਭੱਤੇ, ਪਰ ਤੁਹਾਡੀ ਉਹਨਾਂ ਨੂੰ ਲੋੜ ਨਹੀਂ। ਠੀਕ ਆਖ ਰਿਹਾ ਹਾਂ ਮੈਂ ਮੁਸਕਰਾ ਦਿੱਤਾ। ਮੇਰੇ ਨਾਲ ਅਲਵਿਦਾਈ ਡਰਿੰਕ ਬਾਰੇ ਕੀ ਖਿਆਲ ਹੈ? ਉਸਨੇ ਪੁੱਛਿਆ। ਅਸੀਂ ਦੋਵੇਂ ਉਸਦੀ ਸ਼ਾਨਦਾਰ ਵਿਦੇਸ਼ੀ ਕਾਰ ਵਿੱਚ ਬੈਠੇ ਤੇ ਉਹ ਚਲਾਉਣ ਲੱਗਾ। ਜਦੋਂ ਕਾਰ ਮੱਧ ਮਾਰਗ ਤੈਅ ਕਰਕੇ ਪੁਲ ਨੂੰ ਪਾਰ ਕਰਨ ਲੱਗੀ ਤਾਂ ਮੈਂ ਪੁੱਛਿਆ, ਕਿੱਥੇ ਜਾ ਰਹੇ ਹਾਂ ਆਪਾਂ? ਤੁਹਾਨੂੰ ਪਤਾ ਹੈ ਕਿ ਇਸ ਸਾਲੇ ਚੰਡੀਗੜ੍ਹ ਵਿੱਚ ਸ਼ਰਾਬ ਨਹੀਂ ਮਿਲਦੀ। ਮੁਰਾਰਜੀ ਦੇ ਹੁਕਮ ਨਾਲ ਸਭ ਦੁਕਾਨਾਂ ਬੰਦ ਹਨ। ਇਸ ਲਈ ਅਸੀਂ ਇਸ ਖੂਬਸੂਰਤ ਸ਼ਹਿਰ ਤੋਂ ਬਾਹਰ ਜਾ ਰਹੇ ਹਾਂ। ਉਹ ਮੈਨੂੰ ਹਰਿਆਣੇ ਦੇ ਟੂਰਿਸਟ ਬੰਗਲੇ ਵਿੱਚ ਲੈ ਗਿਆ, ਜਿਸ ਦਾ ਨਾਂ ਰੈੱਡ ਰਾਬਿਨ ਸੀ। ਮੈਂ ਬੰਗਲੇ ਉੱਤੇ ਚੀਲ ਦੇ ਦਰੱਖਤਾਂ ਵਿਚਕਾਰ ਸੀ। ਇਹ ਬੰਗਲਾ ਉੱਚੇ ਚੀਲ ਦੇ ਦਰੱਖਤਾਂ ਵਿਚਕਾਰ ਸੀ, ਚਮਕਦੀ ਹੋਈ ਬਾਰ। ਅਸੀਂ ਬੈਠ ਗਏ। ਵੇਟਰ ਠੰਡੀ ਯੱਖ ਬੀਅਰ ਲੈ ਕੇ ਆਇਆ, ਤਲੀ ਹੋਈ ਮੱਛੀ, ਨਿੰਬੂ, ਮਿਊਨੇਜ਼, ਸਾਸ। ਥੋੜ੍ਹੀ ਦੇਰ ਪਿੱਛੋਂ ਅਸੀਂ ਪਿਆਰ ਬਾਰੇ ਗੱਲਾਂ ਕਰਨ ਲੱਗੇ। ਆਦਰਸ਼ ਬੋਲਿਆ, ਪੂਰਨ ਪਿਆਰ ਵਰਗੀ ਕੋਈ ਚੀਜ਼ ਨਹੀਂ। ਅਸੀਂ ਜੋ ਵਾਅਦੇ ਕਰਦੇ ਹਾਂ ਉਹਨਾਂ ਨੂੰ ਨਿਭਾ ਨਹੀਂ ਸਕਦੇ। ਅਸੀਂ ਸਾਰੇ ਜੇਬ ਕਤਰੇ ਹਾਂ। ਸਾਰੇ ਮਨੁੱਖੀ ਰਿਸ਼ਤੇ ਅਪੱਧਰੇ ਹਨ, ਅਸਾਵੇਂ ਤੇ ਇੱਕ ਦੂਜੇ ਦੀ ਜੇਬ ਕੱਟਣ ਵਾਂਗ ਹਨ। ਹਰ ਕੋਈ ਦੂਜੇ ਨੂੰ ਸ਼ਹਿਦ ਭਿੱਜੇ ਸ਼ਬਦਾਂ ਤੇ ਕੋਲ ਕਰਾਰਾਂ ਨਾਲ ਧੋਖਾ ਦਿੰਦਾ ਹੈ, ਦੂਜੇ ਦੇ ਇਕਾਂਤ ਦਾ ਖਜ਼ਾਨਾ ਲੁੱਟਣ ਲਈ, ਉਸਦੀ ਧੁਰ ਅੰਦਰਲੀ ਪਨਾਹ ਉੱਤੇ ਡਾਕਾ ਮਾਰਨ ਲਈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਚਮਕਦੇ ਸੋਨੇ ਦੀ ਥੰਮ ਨੂੰ ਬਚਾ ਕੇ ਰੱਖੀਏ ਜੋ ਮੰਦਰ ਦੀਆਂ 7 ਵਲਗਣਾ ਟੱਪ ਕੇ ਆਉਂਦਾ ਹੈ। ਤੀਵੀਂ ਇਸੇ ਨੂੰ ਲੁੱਟਣ ਦੀ ਕੋਸ਼ਿਸ਼ ਕਰਦੀ ਹੈ। ਉਹ ਰਚਨਾ ਨੂੰ ਤਬਾਹ ਕਰ ਦਿੰਦੀ ਹੈ। ਜਿਹੜਾ ਸ਼ਾਇਰ ਜਾਂ ਪੇਂਟਰ ਕਿਸੇ ਸੁੰਦਰੀ ਦੇ ਇਸ਼ਕ ਵਿੱਚ ਗ੍ਰਿਫਤਾਰ ਹੋਇਆ, ਉਹ ਤਬਾਹ ਹੋ ਗਿਆ। ਮੈਂ ਆਖਿਆ, ਔਰਤ ਮਰਦ ਨੂੰ ਛੇਤੀ ਭੁੱਲ ਜਾਂਦੀ ਹੈ। ਮਤਲਬ ਹੈ ਜਦੋਂ ਉਸ ਨੂੰ ਆਪਣੇ ਮਰਦ ਦਾ ਕੋਈ ਬਦਲ ਮਿਲ ਜਾਵੇ, ਫਿਰ ਉਹ ਉਸੇ ਸ਼ਿੱਦਤ ਨਾਲ ਦੂਜੇ ਮਰਦ ਨੂੰ ਪਿਆਰ ਕਰਦੀ ਹੈ। ਉਸ ਦੇ ਪਿਆਰ ਵਿੱਚ ਪੂਰਨਤਾ ਹੈ। ਉਹ ਇੱਕੋ ਮਰਦ ਦੀ ਬਣ ਕੇ ਰਹਿਣਾ ਚਾਹੁੰਦੀ ਹੈ। ਉਸ ਨੂੰ ਪੂਰਨ ਤੌਰ ਉੱਤੇ ਆਪਣਾ ਬਣਾਉਣ ਦੀ ਲੋੜ ਹੈ, ਮੁਕੰਮਲ ਕਬਜ਼ਾ। ਜਦੋਂ ਉਹ ਕਿਸੇ ਮਰਦ ਤੋਂ ਮੂੰਹ ਮੋੜ ਲੈਂਦੀ ਹੈ ਤਾਂ ਉਹ ਮਰਦ ਉਸ ਨੂੰ ਛੂਹ ਨਹੀਂ ਸਕਦਾ। ਉਸ ਦੇ ਤਰਲੇ ਬੇਈਮਾਨੀ ਹਨ। ਮਿੰਨਤਾਂ ਕਰਦਾ ਉਹ ਬੇਵਕੂਫ ਲੱਗਦਾ ਹੈ, ਘਟੀਆ। ਔਰਤ ਉਸ ਨੂੰ ਸਗੋਂ ਹੋਰ ਨਫ਼ਰਤ ਕਰਦੀ ਹੈ। ਪਰ ਜੇ ਆਦਮੀ ਆਪਣੀ ਮਹਿਬੂਬ ਤੋਂ ਮੂੰਹ ਮੋੜ ਲਵੇ ਤਾਂ ਉਹ ਉਸ ਨੂੰ ਜਿੱਤ ਸਕਦੀ ਹੈ। ਉਸ ਕੋਲ ਕਈ ਹਥਿਆਰ ਹਨ। ਉਹ ਮਰਦ ਨੂੰ ਭਰਮਾ ਸਕਦੀ ਹੈ। ਉਹ ਮਾਂ ਵਾਂਗ ਮਰਦ ਦੀ ਸੇਵਾ ਕਰ ਸਕਦੀ ਹੈ, ਪੁਚਕਾਰ ਸਕਦੀ ਹੈ, ਹੰਝੂ, ਜਿਸਮ ਦੀ ਗਰਮੀ, ਤਰਲੇ, ਚਪਲਤਾ, ਲਾਡ। ਉਸ ਨੂੰ ਤੁਸੀਂ ਠੁਕਰਾ ਨਹੀਂ ਸਕਦੇ। ਉਹ ਤੁਹਾਡੇ ਉੱਤੇ ਕਾਬੂ ਪਾ ਸਕਦੀ ਹੈ ਤੇ ਤੁਹਾਨੂੰ ਪਿਆਰ ਨਾਲ ਮੰਤਰ ਮੁਗਧ ਕਰ ਸਕਦੀ ਹੈ। ਮਰਦ ਦੀ ਨਿਸ਼ਚਾ ਸ਼ਕਤੀ ਤੀਵੀਂ ਦੇ ਮੁਕਾਬਲੇ ਵਿੱਚ ਬਹੁਤ ਕਮਜ਼ੋਰ ਹੈ। ਮੈਂ ਬੀਵੀ ਦੀ ਗੱਲ ਕਰ ਰਿਹਾ। ਮੈਂ ਗੱਲ ਕਰ ਰਿਹਾ ਹਾਂ ਤੀਵੀਂ ਦੀ, ਤੱਤੀ ਰੂਪੀ ਤੀਵੀਂ ਦੀ। ਉਹ ਬੋਲਿਆ, ਤੀਵੀਆਂ ਹਮੇਸ਼ਾ ਬੇਵਫਾ ਹੋਣਗੀਆਂ। ਉਹਨਾਂ ਦੀ ਖਿੱਚ ਦਾ ਰਾਜ ਹੀ ਇਹ ਬੇਵਫਾਈ ਹੈ। ਮਰਦ ਨੂੰ ਹਮੇਸ਼ਾ ਧੜਕਾ ਲੱਗਾ ਰਹਿੰਦਾ ਹੈ ਕਿ ਇਹ ਮੈਨੂੰ ਕਿਤੇ ਧੋਖਾ ਨਾ ਦੇ ਦੇਵੇ। ਹਸੀਨ ਤੇ ਭਰਮਾਉਣ ਵਾਲੀ ਕਾਮਨੀ ਦੀ ਇਹੋ ਖੂਬੀ ਹੈ। ਉਹ ਸੁੰਦਰੀ ਜੋ ਵਫਾ ਵਿੱਚ ਕਸਮਾਂ ਖਵਾਉਂਦੀ ਹੈ ਤੇ ਮਰਦ ਨੂੰ ਤਪਦੇ ਪਿਆਰ ਵਿੱਚ ਘੋਰ ਰੀਤ ਵਿੱਚ ਬੰਨ੍ਹਦੀ ਹੈ ਤੇ ਕਈ ਵਾਰ ਖੁਦ ਧੋਖਾ ਦਿੰਦੀ ਹੈ। ਉਹ ਸਾਰੀਆਂ ਕਸਮਾਂ ਤੇ ਰੀਤਾਂ ਦੇ ਸ਼ਗਨ ਟੂਣੇ ਇਸ ਲਈ ਕਰਦੀ ਹੈ ਕਿਉਂਕਿ ਉਸਦੇ ਅਚੇਤ ਮਨ ਵਿੱਚ ਕਿਧਰੇ ਖੁਦ ਮੁੱਕਰ ਜਾਣ ਤੇ ਧੋਖਾ ਦੇਣ ਦੀ ਭਾਵਨਾ ਲੁਕੀ ਹੁੰਦੀ ਹੈ। ਚੰਗਾ ਹੋਇਆ ਕਿ ਤੁਸੀਂ ਚੰਡੀਗੜ੍ਹ ਛੱਡ ਕੇ ਜਾ ਰਹੇ ਹੋ। ਮੈਂ ਇੱਥੇ ਰਹਿੰਦਾ ਹੋਇਆ ਗੋਂਗਲੂ ਬਣ ਗਿਆ ਹਾਂ। ਹੈਰਾਨ ਹਾਂ ਕਿ ਮੈਂ ਇੱਥੇ ਕਿਉਂ ਰਹਿ ਰਿਹਾ ਹਾਂ। ਹਕੀਕਤ ਇਹ ਹੈ ਕਿ ਖੁਦ ਕੋਈ ਨਹੀਂ ਜਾਂਦਾ, ਉਸ ਨੂੰ ਕੱਢਿਆ ਜਾਂਦਾ ਹੈ। ਤੁਸੀਂ ਖੁਸ਼ਕਿਸਮਤ ਹੋ। ਮੈਨੂੰ ਦੇਖੋ, ਮੈਂ ਜੁਲਾਹੇ ਦੇ ਨਾਲ ਵਾਂਗ ਹਾਂ। ਸੈਕਟਰ 8 ਤੋਂ 17 ਅਤੇ 17 ਤੋਂ 8। ਸੋਚਿਆ ਕਿ ਤੁਹਾਨੂੰ ਮਿਲਾਂ ਤੇ ਹਾਲ ਚਾਲ ਪੁੱਛਾਂ। ਬਲਵੰਤ ਜੀ, ਆਪਣੇ ਆਪ 'ਤੇ ਤਰਸ ਖਾ ਕੇ ਆਪਣੇ ਆਪ ਨੂੰ ਤਬਾਹ ਨਾ ਕਰਨਾ। ਆਪਣੇ ਵਕਤ ਦਾ ਸਹੀ ਇਸਤੇਮਾਲ ਕਰੋ। ਬੈਠ ਕੇ ਲਿਖੋ। ਰਚਨਾ ਨਾਲ ਹੀ ਤੁਸੀਂ ਜੀ ਸਕਦੇ ਹੋ। ਉਹ ਮੇਰੇ ਵੱਲ ਥੋੜ੍ਹਾ ਚਿਰ ਦੇਖਦਾ ਰਿਹਾ ਤੇ ਬੋਲਿਆ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਕਦੇ ਨਹੀਂ ਦੱਸਿਆ। ਮੇਰੀ ਵੀ ਇਹੋ ਕਹਾਣੀ ਹੈ। ਮੈਂ ਮੁਹੱਬਤ ਲਈ ਤਰਸ ਰਿਹਾ ਸਾਂ। ਇੱਕ ਸਾਂਵਲੀ ਅਮਰੀਕਨ ਕੁੜੀ ਮੇਰੀ ਪੈਨ ਫਰੈਂਡ ਬਣ ਗਈ ਤੇ ਖਤਾ ਰਾਹੀਂ ਮੇਰੇ ਉੱਤੇ ਮੋਹਿਤ ਹੋ ਗਈ। ਉਹ ਚੰਡੀਗੜ੍ਹ ਆ ਗਈ। ਮੈਨੂੰ ਦੇਖੋ, ਮੈਂ ਵਿਸਾਖੀਆਂ ਸਹਾਰੇ ਤੁਰਦਾ ਹਾਂ, ਪਰ ਉਸ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਉਸ ਨੂੰ ਮੇਰੇ ਮਨ ਨਾਲ ਇਸ਼ਕ ਹੋ ਗਿਆ ਸੀ। ਅਸੀਂ ਗੁਰਦੁਆਰੇ ਜਾ ਕੇ ਵਿਆਹ ਕੀਤਾ।
ਫਿਰ ਅਸੀਂ ਦੋਵੇਂ ਨਿਊਯਾਰਕ ਗਏ ਅਤੇ ਮੈਂ CBS ਦਾ ਫੋਟੋਗ੍ਰਾਫਰ ਬਣ ਗਿਆ ਅਤੇ ਦੁਨੀਆ ਦਾ ਚੱਕਰ ਲਗਾਇਆ। ਫਿਰ ਅਸੀਂ ਚੰਡੀਗੜ੍ਹ ਆ ਕੇ ਰਹਿਣ ਲੱਗੇ। ਸਾਡੇ ਘਰ ਪੁੱਤ ਹੋਇਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੇਰੀ ਖੁਸ਼ੀ ਦਾ। ਮੈਂ ਉਸ ਨੂੰ ਹਰ ਤਰ੍ਹਾਂ ਦਾ ਸੁੱਖ ਮੁਹੱਈਆ ਕੀਤਾ। 8 ਮਹੀਨਿਆਂ ਪਿੱਛੋਂ ਉਹ ਆਪਣੀ ਮਾਂ ਨੂੰ ਅਮਰੀਕਾ ਮਿਲਣ ਗਈ ਅਤੇ ਮੁੜ ਕੇ ਨਾ ਆਈ। ਕਈ ਮਹੀਨੇ ਮੈਂ ਉਦਾਸ ਰਿਹਾ। ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਆਪਣੀ ਉਦਾਸੀ ਬਾਰੇ। ਮੈਨੂੰ ਜਿੰਦਾ ਰਹਿਣ ਲਈ ਬੜੀ ਜਦੋਜਹਿਦ ਕਰਨੀ ਪਈ। ਮੈਂ ਇਹ ਨਿੱਕੀ ਜਿਹੀ ਦੁਕਾਨ ਸ਼ੁਰੂ ਕੀਤੀ। ਹੁਣ ਮੇਰੇ ਦਰਜਨਾਂ ਦੋਸਤ ਹਨ ਅਤੇ ਦੁਕਾਨ ਵਿੱਚ 20 ਤੋਂ ਉੱਪਰ ਬੰਦੇ ਕੰਮ ਕਰਦੇ ਨੇ। ਮੈਨੂੰ ਚੰਗਾ ਖਾਣਾ ਅਤੇ ਜਵਾਨ ਔਰਤਾਂ ਚੰਗੀਆਂ ਲੱਗਦੀਆਂ ਹਨ। ਜ਼ਿੰਦਗੀ ਕਮਾਲ ਹੈ। ਇੱਕ ਮੁਸਕਰਾਹਟ ਉਸਦੀ ਨਿੱਕੀ ਕਾਲੀ ਦਾੜ੍ਹੀ ਵਿੱਚ ਗਵਾਚ ਗਈ। ਮੈਂ ਆਪਣੀ ਕਾਰ ਵਿੱਚ ਦਿੱਲੀ ਲਈ ਰਵਾਨਾ ਹੋਇਆ। ਉਹੀ ਜਰਨੈਲੀ ਸੜਕ ਜਿਸ ਉੱਤੇ ਮੈਂ ਕਈ ਵਾਰ ਸਫ਼ਰ ਕੀਤਾ ਸੀ। ਰਸਤੇ ਵਿੱਚ ਢਾਬੇ, ਤੰਦੂਰ, ਟੋਭੇ, ਝੁੱਗੀਆਂ, ਫਸਲਾਂ ਦੀ ਮਹਿਕ ਤੇ ਧੂੰਆਂ। ਮੇਰੀਆਂ ਅੱਖਾਂ ਅੱਗੇ ਮੇਰਾ ਨਿੱਕਾ ਥੀਏਟਰ ਘੁੰਮ ਗਿਆ। ਆਦਰਸ਼ ਦੀ ਟੇਢੀ ਅੱਖ, ਛੱਲੀਆਂ ਭੁੰਦੀ ਬਘਿਆੜੀ, ਸਫੈਦੇ ਦੇ ਦਰਖਤ, ਤੋਤੇ ਮੰਨੂ ਅਤੇ ਜੈਨਟ। ਉਹਨਾਂ ਦੇ ਗਲਾਂ ਵਿੱਚ ਚਾਂਦੀ ਦੇ ਵੱਡੇ ਕਰਾਸ, ਕੈਲੀਫੋਰਨੀਆ ਦੇ ਜੰਗਲ, ਕ੍ਰਿਸਮਸ ਦੇ ਗੀਤ, ਚਾਹ ਦੀ ਕੇਤਲੀ ਦੀਆਂ ਭਾਫਾਂ, ਗਰਾਜ ਵਿੱਚ ਤੇਲ ਦਾ ਧੱਬਾ, ਰੇਸ਼ਮੀ ਸਸਰਾਹਟ। ਮੇਰਾ ਅਤੀਤ ਮੇਰੇ ਸਿਰ ਵਿੱਚ ਘੁੰਮ ਰਿਹਾ ਸੀ। ਰਾਜੀ ਤੇ ਜੀਨੀ ਦੇ ਬਿੰਬ ਕਿਸੇ ਅਣਵਿਆਹੀ ਧਰਤੀ ਉੱਤੇ ਮਿਲ ਰਹੇ ਸਨ। ਦਿੱਲੀ ਵਿੱਚ ਕੌਣ ਮੈਨੂੰ ਉਡੀਕ ਰਿਹਾ ਸੀ? ਮੇਰੀ ਬੇਵੀ ਨਹੀਂ ਸੀ, ਨਾ ਹੀ ਬੱਚੇ, ਨਾ ਹੀ ਘਰ। ਫਿਰ ਵੀ ਮੇਰੇ ਮਨ ਅੰਦਰ ਤੜਫ ਸੀ ਕਿ ਇਸ ਸ਼ਹਿਰ ਜਾਣਾ ਹੈ। ਮੈਂ ਉਹੀ ਆਦਿਵਾਸੀ ਸਾਂ ਜੋ ਆਪਣੇ ਪਿੰਡ ਦੇ ਘੇਰੇ ਤੋਂ ਬਾਹਰ ਚਲਾ ਗਿਆ ਸੀ, ਉਸ ਲੋਹੇ ਦੀ ਥੰਮੀ ਤੋਂ ਦੂਰ ਜੋ ਧਰਤੀ ਦੇ ਸੀਨੇ ਵਿੱਚ ਗੱਡੀ ਹੋਈ ਸੀ। ਮੇਰੀ ਚੇਤਨਤਾ ਦਾ ਟੂਣੇ-ਹਾਰਾ ਕੇਂਦਰ, ਮੈਨੂੰ ਆਪਣੇ ਵੱਲ ਖਿੱਚਣ ਵਾਲਾ ਬਿੰਦੂ। ਦਿੱਲੀ ਮੈਨੂੰ ਹਾਕਾਂ ਮਾਰ ਰਹੀ ਸੀ ਤਾਂ ਕਿ ਮੈਂ ਫਿਰ ਕਲਾਕਾਰਾਂ ਅਤੇ ਥੀਏਟਰ ਵਾਲਿਆਂ ਦੀ ਢਾਣੀ ਵਿੱਚ ਰਲ ਜਾਵਾਂ। ਸੰਘਰਸ਼ ਅਤੇ ਤਣਾਅ ਦੀ ਦੁਨੀਆ, ਝਗੜਿਆਂ ਅਤੇ ਈਰਖਾਵਾਂ ਦੀ ਦੁਨੀਆ, ਉਹ ਦੁਨੀਆ ਜੋ ਮੈਂ ਗਵਾ ਬੈਠਾ ਸਾਂ। ਕਾਫੀ ਹਾਊਸ ਦਾ ਧੂੰਆਂ ਅਤੇ ਪੁਰਾਣੀਆਂ ਸੁਗੰਧਾਂ। ਕਰਜਨ ਰੋਡ 'ਤੇ ਪਿਛਵਾੜੇ ਨਿੱਕਾ ਘਰ 'ਤੇ ਮੈਂ ਆਪਣੀ ਰਚਨਾਤਮਕ ਜ਼ਿੰਦਗੀ ਦੇ 20 ਸਾਲ ਗੁਜ਼ਾਰੇ ਸਨ। ਬੇਸ਼ੁਮਾਰ ਦੋਸਤੀਆਂ, ਨਿੱਘੀਆਂ ਯਾਰੀਆਂ, ਕਲਾਤਮਕ ਲੜਾਈਆਂ, ਵਿਹੜੇ ਵਿੱਚ ਗਣੇਸ਼ ਦੀ ਮੂਰਤੀ ਅਤੇ ਨਿੱਕੀ ਰਸੋਈ ਜਿੱਥੇ ਮੇਰੇ ਦੋਸਤ ਕੌਫੀ ਬਣਾ ਕੇ ਪੀਂਦੇ ਸਨ। ਹਰ ਚੀਜ਼ ਮੈਨੂੰ ਉਡੀਕ ਰਹੀ ਸੀ। ਮੇਰਾ ਮਨ ਉਸ ਟਾਪੂ ਵਾਂਗ ਸੀ ਜਿਸ ਨੂੰ ਕਿਸੇ ਖੌਫਨਾਕ ਤੂਫਾਨ ਨੇ ਝੰਬਿਆ ਹੋਵੇ ਅਤੇ ਉਹ ਤੇਜ਼ ਪਾਣੀ ਦੀਆਂ ਛੱਲਾਂ ਵਿੱਚ ਡੁੱਬ ਗਿਆ ਹੋਵੇ। ਹੁਣ ਇਹ ਟਾਪੂ ਸੂਰਜ ਦੀ ਰੋਸ਼ਨੀ ਵਿੱਚ ਉੱਭਰ ਰਿਹਾ ਸੀ। ਸਮਾਪਤੀ। ਧੰਨਵਾਦ।